ਸ਼ਲੋਕ ਮਹਿਲਾ ਤੀਜਾ। ਆਪਣਾ ਆਪ ਨਾ ਪਛਾਣਈ, ਹਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹਿ ਹਜ਼ੂਰ। ਆਪਣਾ ਆਪ ਦਾ ਮਤਲਬ ਆਪਣੇ ਆਪ ਨੂੰ, ਆਪਣੇ ਆਤਮਿਕ ਜੀਵਨ ਨੂੰ। ਪਛਾਣਈ ਦਾ ਮਤਲਬ ਜੋ ਪਛਾਣਦਾ ਨਹੀਂ ਹੈ, ਨਾ ਪਛਾਣਈ ਜੋ ਨਹੀਂ ਪਛਾਣਦਾ। ਹਰ ਪ੍ਰਭ ਜਾਤਾ ਦੂਰ, ਜਾਤਾ ਦਾ ਮਤਲਬ ਹੁੰਦਾ ਹੈ ਸਮਝਣਾ। ਜਾਤਾ ਦਾ ਮਤਲਬ ਜਾਣਨਾ, ਸਮਝਣਾ। ਤਾਂ ਗੁਰੂ ਜੀ ਕਹਿੰਦੇ ਹਨ ਕਿ ਇਹ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੋ ਮਨੁੱਖ ਹੈ, ਆਪ ਹੁਦਰਾ ਹੈ, ਆਪਣੇ ਆਤਮਿਕ ਜੀਵਨ ਨੂੰ ਕਦੇ ਨਹੀਂ ਪਰਖਦਾ, ਆਪਣੇ ਆਤਮਿਕ ਜੀਵਨ ਨੂੰ ਕਦੇ ਪੜਚੋਲਦਾ ਨਹੀਂ। ਹਰ ਪ੍ਰਭ ਜਾਤਾ ਦੂਰ, ਤੇ ਉਹ ਰੱਬ ਨੂੰ ਕਿਤੇ ਦੂਰ ਵਸਦਾ ਹੋਇਆ ਸਮਝਦਾ ਹੈ ਕਿ ਰੱਬ ਕਿਤੇ ਦੂਰ ਵਸ ਰਿਹਾ ਹੈ। ਇਹ ਉਹਨਾਂ ਲੋਕਾਂ ਦੀ ਗੱਲ ਹੈ ਜੋ ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦੇ, ਆਪਣੇ ਆਤਮਿਕ ਜੀਵਨ ਨੂੰ ਨਹੀਂ ਪੜਚੋਲਦੇ। ਉਹ ਇਹ ਸਮਝਦੇ ਹਨ ਕਿ ਰੱਬ ਬਹੁਤ ਦੂਰ ਹੈ। ਔਰ ਜਿਵੇਂ ਅਸੀਂ ਵਿਚਾਰ ਹਰ ਰੋਜ਼ ਕਰੀਬ ਕਰ ਰਹੇ ਹਾਂ ਕਿ ਸਾਨੂੰ ਸਮਝਾਇਆ ਹੀ ਇਹ ਗਿਆ ਹੈ ਕਿ ਰੱਬ ਕਿਤੇ ਜੰਨਤ ਵਿੱਚ ਰਹਿੰਦਾ ਹੈ, ਜਾਂ ਕਿਤੇ ਸਵਰਗ ਵਿੱਚ ਰਹਿੰਦਾ ਹੈ, ਜਾਂ ਉੱਤੇ ਵੱਖਰੇ ਬੈਕੁੰਠ ਧਾਮ ਵਿੱਚ ਰਹਿੰਦਾ ਹੈ, ਜਾਂ ਜਿਵੇਂ ਸਾਡੇ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਉੱਤੇ ਕਿਸੇ ਸੱਚਖੰਡ ਵਿੱਚ ਰਹਿੰਦਾ ਹੈ। ਤਾਂ ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਬਚਨ ਕੀਤਾ ਹੈ ਕਿ ਰੱਬ ਕਿਤੇ ਇਸ ਦੁਨੀਆ ਤੋਂ ਵੱਖਰਾ ਨਹੀਂ ਹੈ। ਕੁਦਰਤ ਕਰਕੇ ਵਸਿਆ ਸੋਏ ਕਿ ਇਸ ਕੁਦਰਤ ਕਾਇਨਾਤ ਦੇ ਅੰਦਰ ਵਸ ਰਿਹਾ ਹੈ। ਔਰ ਦੂਜੀ ਗੱਲ ਇਹ ਹੈ ਕਿ ਇਹ ਦਿਸਦਾ ਸਾਰੇ ਦਾ ਸਾਰਾ ਜਗਤ ਇਹ ਰੱਬ ਦਾ ਹੀ ਰੂਪ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਔਰ ਬੰਦੇ ਤੋਂ ਰੱਬ ਕਦੇ ਵੀ ਦੂਰ ਨਹੀਂ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਦੂਰ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ ਜੋ ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦੇ। ਜੋ ਆਪਣੇ ਆਪੇ ਦੀ ਪਹਿਚਾਣ ਕਰ ਲੈਂਦੇ ਨੇ, ਉਹਨਾਂ ਨੂੰ ਫਿਰ ਰੱਬ ਆਪਣੇ ਅੰਦਰ ਵਸਦਾ ਦਿਸਦਾ ਹੈ, ਔਰ ਆਖਿਰ ਉਹ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਭਗਤ ਕਬੀਰ ਜੀ ਦਾ ਬੜਾ ਪਿਆਰਾ ਸ਼ਲੋਕ ਹੈ। ਆਪ ਕਹਿੰਦੇ ਨੇ, ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ। ਸੋਈ ਫਿਰਕੈ ਤੂੰ ਪਿਆ, ਜਾ ਕੋ ਕਹਿਤਾ ਔਰ। ਕਿ ਜਿਹਨੂੰ ਮੈਂ ਖੋਜਦਾ ਸਾਂ ਉਹ ਜਗ੍ਹਾ ਮੈਨੂੰ ਮਿਲ ਗਈ ਹੈ, ਉਹ ਰੱਬ ਮੈਨੂੰ ਮਿਲ ਗਿਆ। ਸੋਈ ਫਿਰਕੈ ਤੂੰ ਪਿਆ, ਜਾ ਕੋ ਕਹਿਤਾ ਔਰ। ਜਿਹਨੂੰ ਮੈਂ ਕੋਈ ਹੋਰ ਸਮਝਦਾ ਸਾਂ ਨਾ ਕਿ ਰੱਬ ਹੋਰ ਹੈ, ਮੈਂ ਉਸੇ ਦਾ ਹੀ ਰੂਪ ਹੋ ਗਿਆ। ਯਾਨੀ ਰੱਬ ਮੇਰੇ ਤੋਂ ਵੱਖਰਾ ਨਹੀਂ ਸੀ, ਔਰ ਮੈਂ ਕਦੇ ਵੀ ਰੱਬ ਤੋਂ ਵੱਖਰਾ ਨਹੀਂ ਸਾਂ। ਵੱਖਰਾ ਪ੍ਰਤੀਤ ਤਾਂ ਹੋ ਰਿਹਾ ਕਿ ਅਸੀਂ ਆਪਣੇ ਆਪੇ ਦੀ ਪੜਚੋਲ ਨਹੀਂ ਕਰਦੇ। ਹੁਣ ਇਸ ਚੀਜ਼ ਨੂੰ ਥੋੜਾ ਸੁਖੈਨ ਸ਼ਬਦਾਵਲੀ ਦੇ ਨਾਲ ਸਮਝਣ ਦਾ ਯਤਨ ਕਰੀਏ, ਜੋ ਕਿ ਅਸੀਂ ਰੋਜ਼ ਵਿਚਾਰ ਰਹੇ ਹਾਂ। ਦੁਨੀਆ ਦਾ ਇੱਕ ਵੀ ਐਸਾ ਇਨਸਾਨ ਨਹੀਂ ਹੈ ਜਿਸ ਦੇ ਅੰਦਰ ਸੱਚਾਈ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪਿਆਰ, ਮੁਹੱਬਤ ਇਹ ਗੁਣ ਨਾ ਹੋਣ। ਕੋਈ ਦੁਨੀਆ 'ਚ ਹੈ ਜੀ? ਆਪ ਸਿਰ ਹਿਲਾ ਕੇ ਦੱਸੋਗੇ ਤੇ ਪਤਾ ਲੱਗ ਜਾਏਗਾ ਤੁਸੀਂ ਹਾਂ ਦਾ ਨਾ ਕੀ ਕਰ ਰਹੇ ਹੋ। ਕੋਈ ਦੁਨੀਆ ਦਾ ਇੱਕ ਵੀ ਮਨੁੱਖ ਹੈ ਜਿਹਦੇ ਵਿੱਚ ਇਹ ਗੁਣ ਨਾ ਹੋਣ? ਸਾਰਿਆਂ ਵਿੱਚ ਹੈ ਨੇ। ਤੇ ਰੱਬ ਕੀ ਇਹ ਗੁਣਾਂ ਦਾ ਮੁਜੱਸਮਾ। ਗੁਣ ਨਿਧਾਨ ਭਗਤਨ ਕੋ ਬਰਤਨ, ਜੋ ਮੂਲ ਮੰਤਰ ਦੇ ਅੰਦਰ ਗੁਣ ਦੱਸੇ ਨੇ ਰੱਬ ਦੇ, ਤਾਂ ਸਾਰਿਆਂ ਦੇ ਅੰਦਰ ਤਾਂ ਇਹਦਾ ਮਤਲਬ ਹੈ। ਲੇਕਿਨ ਜਿਹੜਾ ਆਪਣੇ ਆਤਮਿਕ ਜੀਵਨ ਨੂੰ ਨਹੀਂ ਪੜਚੋਲਦਾ, ਉਹ ਰੱਬ ਨੂੰ ਕਿਤੇ ਦੂਰ ਸਮਝਦਾ ਰਹਿੰਦਾ ਹੈ। ਉਹ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦਾ, ਉਹ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੁੰਦਾ। ਤਾਂ ਹਰ ਇੱਕ ਦੇ ਅੰਦਰ ਉਹ ਪ੍ਰਭੂ ਪਰਮਾਤਮਾ ਵਸ ਰਿਹਾ ਹੈ, ਔਰ ਹਰ ਜੀਵ ਉਸ ਰੱਬ ਦਾ ਹੀ ਰੂਪ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਹੁਣ ਐਸਾ ਕਿਉਂ ਹੋ ਗਿਆ? ਰੱਬ ਦੂਰ ਕਿਉਂ ਦਿਸਦਾ ਹੈ, ਨੇੜੇ ਕਿਉਂ ਨਹੀਂ ਦਿਸਦਾ? ਉਹਦਾ ਰੀਜਨ ਦੱਸ ਰਹੇ ਨੇ। ਉਹਦਾ ਰੀਜਨ ਇਹ ਹੈ ਕਿ ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹੇ ਹਜ਼ੂਰ। ਵਿਸਰੀ ਦਾ ਮਤਲਬ ਭੁੱਲ ਗਈ। ਕਿਉਂ ਰਹੇ ਦਾ ਮਤਲਬ ਕਿਵੇਂ ਰਹਿ ਸਕਦਾ ਹੈ, ਮਤਲਬ ਨਹੀਂ ਰਹਿ ਸਕਦਾ। ਹਜ਼ੂਰ ਦਾ ਮਤਲਬ ਹਜ਼ੂਰੀ ਵਿੱਚ। ਗੁਰ ਕੀ ਸੇਵਾ ਦਾ ਮਤਲਬ ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦੀ ਦੱਸੀ ਹੋਈ ਕਾਰ, ਗੁਰੂ ਦਾ ਗਿਆਨ। ਜਦੋਂ ਹੁਣ ਗੁਰੂ ਦੀ ਦਿੱਤੀ ਕਾਰ, ਗੁਰੂ ਦਾ ਦਿੱਤਾ ਹੋਇਆ ਵਿਚਾਰ, ਗੁਰੂ ਦਾ ਦਿੱਤਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦੇ ਸਿਧਾਂਤ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ ਹੀ ਭੁੱਲ ਗਈ, ਤਾਂ ਮਨ ਰੱਬ ਦੀ ਹਜ਼ੂਰੀ ਵਿੱਚ ਕਿਵੇਂ ਰਹੇ? ਤਾਂ ਰੱਬ ਨੂੰ ਦੂਰ ਸਮਝਣ ਦਾ ਕਾਰਨ ਹੈ ਗਿਆਨ ਦਾ ਨਾ ਹੋਣਾ।
गुरु दे ज्ञान मुताबिक जिंदगी ना जीनी, गुरु ज्ञान दे उत्ते विश्वास ना होना, जिन्हां दा गुरु दी पावन बाणी ते, गुरु दे ज्ञान ते, गुरु दे सिद्धांतां ते विश्वास नहीं है, ਉਹਨਾਂ ਨੂੰ ਰੱਬ ਦੂਰ ਪ੍ਰਤੀਤ ਹੁੰਦਾ ਹੈ। ਉਹਨਾਂ ਦਾ ਮਨ ਕਦੇ ਵੀ ਰੱਬ ਦੀ ਹਜ਼ੂਰੀ ਵਿੱਚ ਨਹੀਂ ਰਹਿੰਦਾ, ਉਹ ਕਦੇ ਵੀ ਰੱਬੀ ਗੁਣਾਂ ਦੇ ਨਾਲ ਜੁੜਦੇ ਨਹੀਂ। ਤਾਂ ਰੱਬ ਨੂੰ ਦੂਰ ਸਮਝਣ ਦਾ ਕਾਰਨ ਇੱਕੋ ਹੀ ਹੈ, ਗਿਆਨ ਦਾ ਨਾ ਹੋਣਾ, ਸਹੀ ਸੂਝ ਦਾ ਨਾ ਹੋਣਾ, ਵਿਵੇਕ ਬੁੱਧ ਦਾ ਨਾ ਹੋਣਾ, ਕਾਮਨ ਸੈਂਸ ਦਾ ਨਾ ਹੋਣਾ। ਤੇ ਇਹ ਵਿਵੇਕ ਬੁੱਧ ਸਾਨੂੰ ਗੁਰੂ ਪਾਸੋਂ ਮਿਲਦੀ ਹੈ। ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂੜ, ਕੂੜ ਦਾ ਮਤਲਬ ਕੂੜ, ਕੂੜ ਵਿੱਚ, ਮਾਇਆ ਦੇ ਮੋਹ ਵਿੱਚ, ਝੂਠ ਵਿੱਚ। ਮਨਮੁਖ ਦਾ ਮਤਲਬ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਲਾਲਚ ਦਾ ਮਤਲਬ ਲਾਲਚ ਵਿੱਚ, ਤਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਪ ਹੁਦਰੇ ਮਨੁੱਖ ਨੇ ਝੂਠੇ ਲਾਲਚ ਵਿੱਚ ਲੱਗ ਕੇ, ਮਾਇਆ ਦੇ ਮੋਹ ਵਿੱਚ ਫਸ ਕੇ ਆਪਣਾ ਜੀਵਨ ਵਿਅਰਥ ਗਵਾ ਲਿਆ। ਝੂਠ, ਲਾਲਚ ਔਰ ਮਾਇਆ ਦਾ ਮੋਹ। ਤੇ ਮਾਇਆ ਦਾ ਮਤਲਬ ਆਪ ਚੰਗੀ ਤਰ੍ਹਾਂ ਸਮਝਦੇ ਹੋ, ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਕਿਉਂਕਿ ਪੈਸਾ ਤੇ ਹਰ ਇਨਸਾਨ ਦੀ ਜ਼ਰੂਰਤ ਹੈ। ਮਾਇਆ ਦਾ ਮਤਲਬ ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਵਿਕਾਰ ਪੈਦਾ ਕਰਦੀ ਹੈ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦੇ, ਗੁਰੂ ਗਿਆਨ ਮੁਤਾਬਕ ਨਹੀਂ ਜੀਵਨ ਬਤੀਤ ਕਰਦੇ, ਜੋ ਆਪ ਹੁਦਰੇ ਨੇ, ਉਹਨਾਂ ਨੇ ਝੂਠ ਵਿੱਚ, ਲਾਲਚ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ ਹੁੰਦਾ ਹੈ। ਹਾਲਾਂਕਿ ਉਹ ਰੱਬ ਵਰਗੇ ਹੋ ਕੇ ਜੀ ਸਕਦੇ ਸੀ, ਲੇਕਿਨ ਝੂਠ, ਲਾਲਚ ਔਰ ਵਿਕਾਰਾਂ ਦੇ ਅੰਦਰ ਬੰਦਾ ਆਪਣੀ ਜ਼ਿੰਦਗੀ ਨੂੰ ਬੇਕਾਰ ਔਰ ਅਜਾਈ ਗਵਾਉਂਦਾ ਰਹਿੰਦਾ ਹੈ। ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਦੂਰ। ਹਦੂਰ ਦਾ ਮਤਲਬ ਹਜ਼ੂਰੀ ਵਿੱਚ, ਬਖਸ਼ ਦਾ ਮਤਲਬ ਬਖਸ਼ ਕੇ, ਮਿਲਾਇਨ ਦਾ ਮਤਲਬ ਮਿਲਾ ਲੈਣੇ, ਸੱਚੇ ਸ਼ਬਦ ਦਾ ਮਤਲਬ ਸਿਫਤ ਸਲਾਹ ਦੇ ਸ਼ਬਦ ਦੀ ਰਾਹੀਂ, ਸੱਚੇ ਗਿਆਨ ਦੀ ਰਾਹੀਂ। ਤਾਂ ਗੁਰੂ ਜੀ ਕਹਿੰਦੇ ਨੇ ਕਿ ਸੱਚੇ ਗਿਆਨ ਦੀ ਰਾਹੀਂ, ਸੱਚੀ ਸਿਫਤ ਸਲਾਹ ਦੀ ਰਾਹੀਂ ਰਹਿਮਤ ਕਰਕੇ ਪ੍ਰਭੂ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਿਵੇਂ ਮਿਲਾ ਲੈਂਦਾ ਹੈ? ਸੱਚੇ ਸ਼ਬਦ, ਸ਼ਬਦ ਦਾ ਮਤਲਬ ਸ਼ਬਦ ਦੀ ਰਾਹੀਂ, ਉਪਦੇਸ਼ ਦੀ ਰਾਹੀਂ, ਗੁਰੂ ਦੇ ਗਿਆਨ ਦੀ ਰਾਹੀਂ। ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਨ, ਉਹਨਾਂ ਨੂੰ ਪ੍ਰਭੂ ਹਾਜ਼ਰ ਨਾਜ਼ਰ ਦਿਸਦਾ ਹੈ ਔਰ ਪ੍ਰਭੂ ਆਪ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਮਤਲਬ ਕਿ ਰੱਬ ਦੇ ਅੰਦਰ ਮਿਲ ਕੇ ਉਹ ਲੋਕ ਰੱਬ ਵਰਗੇ ਹੋ ਜਾਂਦੇ ਨੇ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਹਰ ਇਨਸਾਨ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਸਕਦਾ ਹੈ, ਪਰ ਉਹਦੇ ਵਾਸਤੇ ਰਿਕੁਆਇਰਮੈਂਟ ਹੈ ਕਿ ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਜੀਣੀ ਪਵੇਗੀ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਕੇ ਰੱਬ ਵਰਗਾ ਹੋ ਕੇ ਜੀਵਿਆ ਜਾ ਸਕਦਾ ਹੈ। ਇਹ ਰਿਕੁਆਇਰਮੈਂਟ ਹੈ। ਜਿਹੜਾ ਵੀ ਇਨਸਾਨ ਦੁਨੀਆ ਦਾ ਇਹ ਰਿਕੁਆਇਰਮੈਂਟ ਪੂਰੀ ਕਰੇਗਾ, ਉਹ ਐਸਾ ਇਨਸਾਨ ਬਣ ਜਾਏਗਾ। ਜਿਵੇਂ ਮਿਸਾਲ ਵਜੋਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਮੈਨੂੰ ਭੁੱਖ ਲੱਗੀ ਹੈ, ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਭੁੱਖ ਲੱਗੀ ਤੇ ਵੀਰ ਅਸੀਂ ਪ੍ਰਸ਼ਾਦਾ ਪਕਾ ਦਿੰਦੇ ਹਾਂ। ਤੁਸੀਂ ਪ੍ਰਸ਼ਾਦਾ ਪਕਾ ਕੇ 36 ਕਿਸਮ ਦੇ ਭੋਜਨ ਮੇਰੇ ਸਾਹਮਣੇ ਰੱਖ ਦਿੰਦੇ ਹੋ। ਤਾਂ ਭੋਜਨ ਪਕਾ ਕੇ ਮੇਰੇ ਸਾਹਮਣੇ ਰੱਖਣ ਦੇ ਨਾਲ ਮੇਰੀ ਭੁੱਖ ਨਹੀਂ ਮਿਟਣੀ। ਭੁੱਖ ਮਿਟਾਉਣ ਲਈ ਰਿਕੁਆਇਰਮੈਂਟ ਇਹ ਹੈ ਕਿ ਮੈਨੂੰ ਉਹ ਭੋਜਨ ਖਾਣਾ ਪਵੇਗਾ, ਤਾਂ ਹੀ ਭੁੱਖ ਮਿਟੇਗੀ ਨਾ। ਭੋਜਨ ਤੁਸੀਂ ਬਣਾ ਕੇ ਦੇ ਸਕਦੇ ਹੋ, ਪਰ ਖਾਣਾ ਮੈਨੂੰ ਪੈਣਾ। ਗੁਰੂ ਜੀ ਸਾਨੂੰ ਰੱਬ ਵਰਗਾ ਹੋਣ ਦਾ ਰਾਸਤਾ ਦੱਸ ਸਕਦੇ ਨੇ ਕਿ ਜੇ ਰੱਬ ਦੇ ਵਿੱਚ ਮਿਲਣਾ ਚਾਹੁੰਦੇ ਹੋ, ਰੱਬ ਵਰਗਾ ਹੋਣਾ ਚਾਹੁੰਦੇ ਹੋ, ਤਾਂ ਆ ਵਿਚਾਰਧਾਰਾ ਹੈ। ਇਹ ਗੁਣਾਂ ਦੇ ਧਾਰਨੀ ਹੋ ਜਾਓ, ਤੁਸੀਂ ਰੱਬ ਵਰਗੇ ਹੋ ਜਾਓਗੇ। ਤਾਂ ਇਹ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਜਿਹੜਾ ਇਸ ਰਿਕੁਆਇਰਮੈਂਟ ਨੂੰ ਪੂਰੀ ਕਰੇਗਾ ਉਹ ਰੱਬ ਵਰਗਾ ਹੋ ਜਾਏਗਾ। ਤੇ ਸਿੰਪਲ ਗੱਲ ਹੈ, ਜੋ 6 ਗੱਲਾਂ ਅਸੀਂ ਹਰ ਰੋਜ਼ ਵਿਚਾਰ ਰਹੇ ਹਾਂ, ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਬਖਸ਼ ਕੇ ਆਪਣੇ ਅੰਦਰ ਮਿਲਾ ਲੈਂਦਾ ਹੈ ਔਰ ਰੱਬ ਦੀ ਹਜ਼ੂਰੀ ਵਿੱਚ ਉਹ ਲੋਕ ਟਿਕ ਜਾਂਦੇ ਨੇ। ਉਹਨਾਂ ਨੂੰ ਪ੍ਰਭੂ ਹਾਜ਼ਰ ਨਾਜ਼ਰ ਨਜ਼ਰੀ ਪੈ ਜਾਂਦਾ ਹੈ, ਉਹ ਰੱਬ ਵਰਗੇ ਹੋ ਜਾਂਦੇ ਨੇ। ਮਹਿਲਾ ਤੀਜਾ, ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਸੋਹਿਲਾ ਦਾ ਮਤਲਬ ਖੁਸ਼ੀ ਦਾ ਗੀਤ, ਸੱਚਾ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ, ਸੋਹਿਲਾ ਦਾ ਮਤਲਬ ਸਿਫਤ ਸਲਾਹ ਦਾ ਗੀਤ,
ਜਿਸ ਰਾਹੀਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ। ਗੁਰਮੁਖ ਦਾ ਮਤਲਬ ਗੁਰੂ ਦੀ ਰਾਹੀਂ, ਨਾਮ ਗੋਬਿੰਦ ਦਾ ਮਤਲਬ ਰੱਬੀ ਜੋ ਹੁਕਮ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਹਰੀ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹਦੀ ਸਿਫਤ ਸਲਾਹ ਦਾ ਜੋ ਗੀਤ ਹੈ ਉਹ ਸੱਚਾ ਹੈ, ਖੁਸ਼ੀ ਦੇਣ ਵਾਲਾ ਹੈ। ਲੇਕਿਨ ਮਿਲਦਾ ਕਿਵੇਂ ਹੈ? ਗੁਰਮੁਖ, ਗੁਰੂ ਦੀ ਸ਼ਰਣੀ ਪੈ ਕੇ। ਗੁਰੂ ਦੀ ਸ਼ਰਣੀ ਪਿਆ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ, ਪ੍ਰਭੂ ਦੀ ਸਿਫਤ ਸਲਾਹ ਮਿਲ ਜਾਂਦੀ ਹੈ, ਜੋ ਖੁਸ਼ੀ ਦਾ ਗੀਤ ਹੈ, ਜਿਸ ਤਰ੍ਹਾਂ ਹੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ। ਔਰ ਉਹ ਸੱਚੀ ਸਿਫਤ ਸਲਾਹ ਰੱਬੀ ਜੋ ਗੁਣ ਨੇ, ਗੁਰੂ ਦੇ ਸ਼ਰਨ ਵਿੱਚ ਪੈਣ ਦੇ ਨਾਲ ਮਿਲਦੇ ਨੇ। ਭਾਵ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਉਹਨਾਂ ਗੁਣਾਂ ਦੀ ਦਾਤ ਮਿਲਦੀ ਹੈ, ਜੋ ਖੁਸ਼ੀ ਦਾ ਗੀਤ ਨੇ, ਜੋ ਖੁਸ਼ੀ ਦੇਣ ਵਾਲੇ ਨੇ, ਜੋ ਰੱਬ ਦੇ ਵਿੱਚ ਮਿਲਾਉਣ ਵਾਲੇ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਅਨ ਦਿਨ ਨਾਮ ਸਲਾਹਣਾ, ਹਰ ਜਪਿਆਂ ਮਨ ਆਨੰਦ। ਜਪਿਆਂ ਦਾ ਮਤਲਬ ਜਾਣਨਾ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਮਨ ਦਾ ਮਤਲਬ ਮਨ ਵਿੱਚ, ਅਨਦਿਨ ਦਾ ਮਤਲਬ ਦਿਨ ਰਾਤ, ਨਾਮ ਸਲਾਹਣਾ ਦਾ ਮਤਲਬ ਰੱਬੀ ਹੁਕਮ ਦੀ ਸਿਫਤ ਸਲਾਹ ਕਰਨੀ, ਗੁਣ ਗਾਣੇ, ਗੁਣਾਂ ਦੇ ਧਾਰਨੀ ਹੋਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਇਨਸਾਨ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਰੱਬੀ ਗੁਣਾਂ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਜੀਵਨ ਵਿੱਚ ਆਨੰਦ ਬਣਿਆ ਰਹਿੰਦਾ ਹੈ। ਕੀ ਕਰਨ ਨਾਲ? ਰੱਬੀ ਸਿਫਤ ਸਲਾਹ ਕਰਨ ਦੇ ਨਾਲ, ਰੱਬੀ ਗੁਣਾਂ ਦੇ ਨਾਲ ਸਾਂਝ ਪਾਉਣ ਦੇ ਨਾਲ। ਮਤਲਬ ਕਿ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨ ਨਾਲ ਮਨ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਮਨ ਦੇ ਅੰਦਰ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਸਾਰੀ ਪੰਕਤੀ ਦਾ ਜੋ ਭਾਵ ਹੈ ਕਿ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨ ਦੇ ਨਾਲ ਮਨ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਹਮੇਸ਼ਾ ਖੁਸ਼ੀ ਬਣੀ ਰਹਿੰਦੀ। ਪਰ ਐਸੀ ਦਾਤ ਮਿਲਦੀ ਕਿਹਨਾਂ ਨੂੰ ਹੈ? ਪਾਉਂਦੇ ਕੌਣ ਨੇ? ਵੱਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ। ਵੱਡ ਭਾਗੀ ਦਾ ਮਤਲਬ ਵੱਡ ਭਾਗੀਆਂ ਨੇ ਜਿਨ੍ਹਾਂ ਨੇ ਉਦਮ ਕੀਤਾ। ਪਰਮਾਨੰਦ ਦਾ ਮਤਲਬ ਸਭ ਤੋਂ ਉੱਚੇ ਆਨੰਦ ਦਾ ਜੋ ਮਾਲਕ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਪਰਮ ਆਨੰਦ ਦਾ ਮਾਲਕ ਪ੍ਰਭੂ ਵੱਡੇ ਭਾਗਾਂ ਨਾਲ ਮਿਲਦਾ ਹੈ। ਭਾਵ ਕਿ ਉਹ ਵੱਡ ਭਾਗੀ ਨੇ ਜਿਨ੍ਹਾਂ ਨੇ ਇਸ ਪੂਰਨ ਪਰਮ ਆਨੰਦ ਸਰੂਪ ਪ੍ਰਭੂ ਨੂੰ ਪਾ ਲਿਆ, ਜਿਨ੍ਹਾਂ ਨੇ ਇਸ ਪੂਰਨ ਆਨੰਦ ਨੂੰ ਮਾਣਿਆ, ਜੋ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵੀ ਅਸੀਂ ਖੁੱਲ੍ਹ ਕੇ ਵਿਚਾਰ ਕੀਤੀ ਸੀ। ਵਡਭਾਗੀ ਦਾ ਮਤਲਬ ਜਿਹੜੇ ਉਦਮ ਕਰਦੇ ਨੇ, ਉਦਮ ਕਰਨਾ ਪਵੇਗਾ। ਵਡਭਾਗੀ ਉਹ ਹੀ ਨੇ ਜੋ ਚੰਗੇ ਕੰਮਾਂ ਵਾਸਤੇ ਉਦਮ ਕਰਦੇ ਨੇ, ਉਦਮ ਕਰਨਾ ਹੋਵੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਵਡਭਾਗੀ ਨੇ, ਖੁਸ਼ਕਿਸਮਤ ਨੇ, ਮਹਾਨ ਨੇ ਉਹ ਲੋਕ, ਸਫਲ ਹੈ ਉਹਨਾਂ ਦਾ ਜੀਵਨ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ, ਜਿਨ੍ਹਾਂ ਨੇ ਪੂਰਨ ਆਨੰਦ ਸਰੂਪ ਪ੍ਰਭੂ ਨੂੰ ਪਾ ਲਿਆ। ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ। ਬਹੁੜ ਦਾ ਮਤਲਬ ਮੁੜ ਕੇ, ਦੁਬਾਰਾ, ਫਿਰ। ਤਨ ਦਾ ਮਤਲਬ ਤਨ ਵਿੱਚ, ਭੰਗ ਦਾ ਮਤਲਬ ਤੋਟ, ਪ੍ਰਭੂ ਦੇ ਨਾਲੋਂ ਵਿਛੋੜਾ। ਇੱਥੇ ਭੰਗ ਹੋਣ ਦਾ ਮਤਲਬ ਹੈ ਰੱਬ ਦੇ ਨਾਲੋਂ ਵਿਛੋੜਾ, ਰੱਬ ਦੇ ਨਾਲੋਂ ਦੂਰੀ। ਤਾਂ ਗੁਰੂ ਜੀ ਕਹਿੰਦੇ ਨੇ ਕਿ ਹੇ ਭਾਈ, ਜਿਨ੍ਹਾਂ ਦਾਸਾਂ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ, ਨਾਮ ਸਲਾਇਆ ਦਾ ਮਤਲਬ ਸਿਫਤ ਸਲਾਹ ਕੀਤੀ ਹੈ, ਮੀਨਸ ਜੋ ਰੱਬੀ ਰਜਾ ਵਿੱਚ ਤੁਰੇ ਨੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਾ ਹੈ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੇ ਤਨ ਵਿੱਚ ਫਿਰ ਕਦੇ ਰੱਬ ਦੇ ਨਾਲੋਂ ਵਿਛੋੜਾ ਨਹੀਂ ਬਣਦਾ, ਵਿਥ ਨਹੀਂ ਬਣਦੀ, ਨਾ ਮਨ ਕਰਕੇ ਨਾ ਤਨ ਕਰਕੇ। ਹੁਣ ਮਨ ਔਰ ਤਨ ਕਰਕੇ ਵਿਥ ਕੀ ਹੈ, ਜਿਹਨੂੰ ਕੂੜੇ ਤੁੱਟੇ ਪਾਲ ਵੀ ਕਿਹਾ ਹੈ। ਵਿਥ, ਦੀਵਾਰ ਕੀ ਹੈ? ਮਨ ਦੇ ਅੰਦਰ ਨੈਗੇਟਿਵਿਟੀ ਆਣੀ, ਮਨ ਦੇ ਅੰਦਰ ਨਕਾਰਾਤਮਕ ਸੋਚ ਆਉਣੀ, ਮਨ ਦੇ ਅੰਦਰ ਔਗੁਣਾਂ ਦਾ ਆ ਜਾਣਾ, ਔਗੁਣਾਂ ਵਾਲੇ ਵਿਚਾਰ ਆਉਣੇ। ਜਦੋਂ ਮਨ ਵਿੱਚ ਔਗੁਣਾਂ ਵਾਲੇ ਵਿਚਾਰ ਆਉਣ, ਸਮਝ ਲਓ ਉਦੋਂ ਮਨ ਦੇ ਅੰਦਰ ਰੱਬ ਦੇ ਨਾਲੋਂ ਦੂਰੀ ਬਣ ਗਈ, ਕਿਉਂਕਿ ਰੱਬ ਗੁਣਾਂ ਦਾ ਮੁਜੱਸਮਾ ਹੈ। ਜਦੋਂ ਮਨ ਵਿੱਚ ਝੂਠ ਦਾ ਵਿਚਾਰ ਆਇਆ, ਸਮਝ ਲਓ ਰੱਬ ਨਾਲੋਂ ਦੂਰੀ ਬਣ ਗਈ। ਤੇ ਜਦੋਂ ਤਨ ਕਰਕੇ ਅਸੀਂ ਕੋਈ ਮਾੜਾ ਕੰਮ ਕੀਤਾ, ਅੱਖਾਂ ਨਾਲ ਕਿਸੇ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਵੇਖਿਆ, ਹੱਥਾਂ ਨਾਲ ਕਿਸੇ ਦਾ ਬੇਗਾਨਾ ਹੱਕ ਖਾ ਲਿਆ, ਸਰੀਰ ਕਰਕੇ ਕੋਈ ਮਾੜਾ ਕੰਮ ਕੀਤਾ, ਤਾਂ ਸਮਝ ਲਓ ਰੱਬ ਦੇ ਨਾਲੋਂ ਦੂਰੀ ਬਣ ਗਈ। ਤਾਂ ਸਾਡੀ ਜ਼ਿੰਦਗੀ ਦੇ ਅੰਦਰ ਹਰ ਵੇਲੇ
ਰੱਬ ਦੇ ਮਿਲਾਪ ਦੇ ਔਰ ਰੱਬ ਦੇ ਵਿਛੋੜੇ ਦੇ ਮੌਕੇ ਬਣਦੇ ਰਹਿੰਦੇ ਨੇ। ਹੁਣ ਅਸੀਂ ਮੌਕਾ ਰੱਬ ਦੇ ਮਿਲਾਪ ਦਾ ਗਵਾ ਲੈਂਦੇ ਹਾਂ। ਕਿਵੇਂ? ਫਾਰ ਐਗਜ਼ਾਮਪਲ ਕਿ ਕੋਈ ਮੇਰੇ ਸਾਹਮਣੇ ਵੀਰ ਭੈਣ ਬੈਠਾ ਹੈ ਤੇ ਮੈਂ ਉਹਦੇ ਨਾਲ ਜੈਲਸੀ ਕਰ ਰਿਹਾ ਹਾਂ, ਤਾਂ ਇਹ ਮੈਂ ਰੱਬ ਦੇ ਨਾਲੋਂ ਮਿਲਣ ਦਾ ਮੌਕਾ ਗਵਾ ਲਿਆ ਹੈ, ਕਿਉਂਕਿ ਰੱਬ ਦੇ ਅੰਦਰ ਜੈਲਸੀ ਨਹੀਂ ਹੈ। ਰੱਬ ਪਿਆਰ ਦਾ ਮੁਜੱਸਮਾ ਹੈ। ਮੈਂ ਝੂਠ ਬੋਲਿਆ ਤਾਂ ਮੈਂ ਰੱਬ ਦੇ ਨਾਲ ਮਿਲਣ ਦਾ ਮੌਕਾ ਗਵਾ ਲਿਆ, ਕਿਉਂਕਿ ਰੱਬ ਝੂਠ ਨੂੰ ਪਸੰਦ ਨਹੀਂ ਕਰਦਾ। ਰੱਬ ਦੇ ਅੰਦਰ ਝੂਠ ਨਹੀਂ ਹੈ। ਕਿਸੇ ਦੇ 20 ਪਾਉਂਡ ਦਾ ਨੋਟ ਥੱਲੇ ਡਿੱਗ ਪਿਆ, ਉਹਨੇ ਵੇਖਿਆ ਨਹੀਂ ਤੇ ਮੈਂ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ, ਇਹਦਾ ਮਤਲਬ ਮੈਂ ਰੱਬ ਦੇ ਨਾਲ ਮਿਲਣ ਦਾ ਮੌਕਾ ਗਵਾ ਲਿਆ। ਤੇ ਜੇ ਮੈਂ ਉਹ 20 ਦਾ ਨੋਟ ਫੜ ਕੇ ਉਹਨੂੰ ਆਵਾਜ਼ ਮਾਰਾਂ ਕਿ ਵੀਰ ਜਾਂ ਭੈਣ ਨੇ ਤੁਹਾਡਾ ਡਿੱਗਿਆ ਹੈ, ਤੇ ਮੈਂ ਰੱਬ ਦੇ ਨਾਲ ਮਿਲਣ ਦਾ ਮੌਕਾ ਸੰਭਾਲ ਲਿਆ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਫਿਰ ਰੱਬੀ ਗੁਣਾਂ ਦੇ ਨਾਲ ਜੁੜ ਜਾਂਦੇ ਨੇ, ਫਿਰ ਉਹਨਾਂ ਦੀ ਕਦੇ ਵੀ ਮਨ ਔਰ ਤਨ ਕਰਕੇ ਰੱਬ ਨਾਲੋਂ ਵਿੱਥ ਨਹੀਂ ਬਣਦੀ। ਭਾਵ ਉਹ ਮਨ ਤਨ ਕਰਕੇ ਕਦੇ ਵੀ ਕੋਈ ਮਾੜਾ ਕਰਮ ਨਹੀਂ ਕਰਦੇ ਹਨ। ਉਹ ਰੱਬੀ ਗੁਣਾਂ ਦੇ ਨਾਲ ਹਮੇਸ਼ਾ ਹਮੇਸ਼ਾ ਜੁੜੇ ਰਹਿੰਦੇ ਨੇ। ਪੌੜੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਣ ਗੁਰ ਆਵੇ। ਹੁਣ ਗੁਰੂ ਜੀ ਕਹਿ ਰਹੇ ਨੇ ਕਿ ਜੇ ਕੋਈ ਮਨੁੱਖ ਪਹਿਲਾਂ ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ, ਗੁਰੂ ਦੇ ਦੱਸੇ ਰਾਹ ਤੇ ਨਾ ਤੁਰਦਾ ਹੋਵੇ, ਗੁਰੂ ਦੇ ਸਿਧਾਂਤਾਂ ਦੇ ਖਿਲਾਫ ਬੋਲਦਾ ਹੋਵੇ ਔਰ ਗੁਰੂ ਦੇ ਸਿਧਾਂਤਾਂ ਦੀ ਬਦਖੋਈ ਕਰਦਾ ਹੋਵੇ, ਮਨਮਤੀ ਜ਼ਿੰਦਗੀ ਜੀਂਦਾ ਹੋਵੇ, ਲੇਕਿਨ ਉਹ ਜੇਕਰ ਗੁਰੂ ਦੀ ਸ਼ਰਨ ਵਿੱਚ ਆ ਜਾਏ, ਸਪੋਜ਼ ਕੋਈ ਮਨਮਤੀ ਜ਼ਿੰਦਗੀ ਜੀ ਰਿਹਾ ਹੈ, ਗੁਰੂ ਦੇ ਸਿਧਾਂਤਾਂ ਦੇ ਖਿਲਾਫ ਬੋਲ ਰਿਹਾ ਹੈ, ਤੇ ਜੇ ਉਹਦੇ ਮਨ ਦੇ ਅੰਦਰ ਕਿਤੇ ਵਿਚਾਰ ਆ ਜਾਏ, ਕੋਈ ਉਹਨੂੰ ਸਮਝਾਏ ਜਾਂ ਉਹਦੇ ਆਪਣੇ ਮਨ ਵਿੱਚ ਵਿਚਾਰ ਆ ਜਾਏ ਕਿ ਮੈਂ ਚੰਗੇ ਰਾਹਾਂ ਤੇ ਤੁਰਾਂ, ਤੇ ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਏ ਤਾਂ ਗੁਰੂ ਜੀ ਕਹਿੰਦੇ ਨੇ ਉਹਦੇ ਲਈ ਵੀ ਦੁਆਰੇ ਖੁੱਲੇ ਨੇ। ਗੁਰੂ ਬੜਾ ਬਖਸ਼ਿੰਦ ਹੈ, ਗੁਰੂ ਬੜਾ ਰਹਿਮਤ ਕਰਨ ਵਾਲਾ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਣ ਗੁਰ ਆਵੇ। ਗੁਰੂ ਜੀ ਕਹਿੰਦੇ ਨੇ ਜੇ ਕੋਈ ਮਨੁੱਖ ਪਹਿਲਾਂ ਗੁਰੂ ਦੀ ਨਿੰਦਿਆ ਕਰਨ ਵਾਲਾ ਹੋਵੇ, ਪਰ ਮੌਕਾ ਪਾ ਕੇ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾਏ, ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਤਾਂ ਫਿਰ ਗੁਰੂ ਜੀ ਕੀ ਕਰਦੇ ਨੇ? ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ। ਗੁਨਾਹ ਦਾ ਮਤਲਬ ਗੁਨਾਹ ਔਗਣ, ਪਿਛਲੇ ਦਾ ਮਤਲਬ ਜਿਹੜੀ ਹੁਣ ਤੱਕ ਜ਼ਿੰਦਗੀ ਜੀਵੀ ਹੈ, ਜੋ ਮਨਮਤੀ ਜ਼ਿੰਦਗੀ ਜੀਵੀ, ਤਾਂ ਗੁਰੂ ਜੀ ਕਹਿੰਦੇ ਨੇ ਉਹਦੇ ਪਿਛਲੇ ਗੁਨਾਹ ਮੁਆਫ ਹੋ ਜਾਂਦੇ ਨੇ। ਸਤ ਸੰਗਤ ਨਾਲ ਰਲਾਵੇ, ਤੇ ਗੁਰੂ ਜੀ ਉਹਨੂੰ ਸਤਸੰਗ ਵਿੱਚ, ਗੁਰਸਿੱਖਾਂ ਦੇ ਵਿੱਚ ਰਲਾ ਦਿੰਦੇ ਨੇ, ਸਿੱਧੇ ਰਾਹਾਂ ਤੇ ਪਾ ਦਿੰਦੇ ਨੇ, ਉਹਦੇ ਪਿਛਲੇ ਔਗਣ ਖਤਮ ਹੋ ਜਾਂਦੇ ਨੇ ਔਰ ਉਹਦਾ ਚੰਗਾ ਜੀਵਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਕਿਵੇਂ? ਮੰਨ ਲਓ ਕੋਈ ਇੱਕ ਬੰਦਾ ਹੁਣ ਤੱਕ, ਮੈਂ ਹੀ ਸਮਝ ਲਓ ਕਿ ਮੈਂ ਹੁਣ ਤੱਕ ਝੂਠ ਬੋਲਦਾ ਰਿਹਾ ਹਾਂ, ਤੇ ਜੇ ਮੈਂ ਹੁਣ ਸੱਚ ਬੋਲਣਾ ਸ਼ੁਰੂ ਕਰ ਦਵਾਂ ਤਾਂ ਮੇਰੀ ਜ਼ਿੰਦਗੀ ਝੂਠੀ ਜਿਹੜੀ ਸੀ ਖਤਮ ਹੋ ਜਾਏਗੀ, ਸੱਚੀ ਜ਼ਿੰਦਗੀ ਸ਼ੁਰੂ ਹੋ ਗਈ। ਮੈਂ ਤੁਹਾਡੇ ਨਾਲ ਜੈਲਸੀ ਕਰਦਾ ਸੀ, ਤੇ ਜੇ ਮੈਂ ਹੁਣ ਪ੍ਰੇਮ ਦੇ ਨਾਲ ਰਹਿਣਾ ਸ਼ੁਰੂ ਕਰ ਦਵਾਂ ਤਾਂ ਜੈਲਸੀ ਵਾਲੀ ਜ਼ਿੰਦਗੀ ਖਤਮ ਔਰ ਅੱਗੋਂ ਪਿਆਰ ਵਾਲੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਗੁਰੂ ਜੀ ਸਾਨੂੰ ਦੱਸ ਰਹੇ ਨੇ ਕਿ ਹਰ ਇਨਸਾਨ ਦੇ ਅੰਦਰ ਹਰ ਵਕਤ ਪੋਸੀਬਿਲਿਟੀ ਹੈ ਕਿ ਉਹ ਨੈਗੇਟਿਵ ਤੋਂ ਪੋਜ਼ਿਟਿਵ ਹੋ ਸਕਦਾ ਹੈ, ਉਹ ਅਪਰਾਧੀ ਤੋਂ ਚੰਗਾ ਇਨਸਾਨ ਹੋ ਸਕਦਾ ਹੈ, ਉਹ ਆਪਣੇ ਭੈੜੇ ਜੀਵਨ ਨੂੰ ਚੰਗਾ ਬਣਾ ਸਕਦਾ ਹੈ, ਮਾੜੀ ਸੋਚ ਨੂੰ ਚੰਗੀ ਬਣਾ ਸਕਦਾ ਹੈ। ਜਦੋਂ ਵੀ ਜੀ ਚਾਹੇ ਉਦੋਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕਰੇ ਤਾਂ ਉਹਦਾ ਪਿਛਲੇ ਜੋ ਔਗਣ ਨੇ ਉਹ ਬਖਸ਼ੇ ਜਾਣਗੇ ਔਰ ਗੁਰੂ ਉਹਨੂੰ ਅੱਗੋਂ ਸਤਸੰਗ ਦੇ ਨਾਲ ਰਲਾ ਦੇਵੇਗਾ। ਭਾਵ ਕਿ ਉਹਦੇ ਜੀਵਨ ਦੀ ਸੰਭਾਵਨਾ ਹੈ ਹਰ ਇਨਸਾਨ ਦੀ ਕਿ ਉਹ ਚੰਗੀ ਜ਼ਿੰਦਗੀ ਜੀ ਸਕਦਾ ਹੈ। ਅੱਗੇ ਮਿਸਾਲ ਦੇ ਰਹੇ ਨੇ, ਪ੍ਰਮਾਣ ਦੇ ਕੇ ਸਮਝਾ ਰਹੇ ਨੇ ਕਿ ਐਸਾ ਕਿਵੇਂ ਹੋ ਜਾਂਦਾ ਹੈ ਕਿ ਇੱਕ ਪਾਪੀ ਅਪਰਾਧੀ ਚੰਗਾ ਇਨਸਾਨ ਕਿਵੇਂ ਬਣ ਜਾਂਦਾ ਹੈ। ਤਾਂ ਗੁਰੂ ਜੀ ਮਿਸਾਲ ਦੇ ਰਹੇ ਨੇ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਮੀਂਹ ਉੱਠੇ ਦਾ ਮਤਲਬ ਜਦੋਂ ਮੀਂਹ ਪੈਂਦਾ ਹੈ, ਬਰਸਾਤ ਪੈਂਦੀ ਹੈ। ਸੁਰਸਰੀ ਦਾ ਮਤਲਬ ਗੰਗਾ, ਪਵਿੱਤਰ ਪਾਵਨ ਦਾ ਮਤਲਬ ਪਵਿੱਤਰ। ਜਿਵੇਂ ਬਰਸਾਤ ਪੈਂਦੀ ਹੈ ਤੇ ਬਰਸਾਤ ਪੈਣ ਦੇ ਨਾਲ ਗਲੀਆਂ ਦਾ, ਗੰਦੇ ਨਾਲਿਆਂ ਦਾ, ਟੋਬੇ ਦਾ ਮਤਲਬ ਜਿਹੜੇ ਛੱਪੜ ਆਦਿਕ ਨੇ ਉਹਨਾਂ ਦਾ ਪਾਣੀ ਬਰਸਾਤ ਦੇ ਪਾਣੀ ਦੇ ਨਾਲ ਮਿਲ ਕੇ ਗੰਗਾ ਵਿੱਚ ਜਾ ਪੈਂਦਾ ਹੈ।
ਤੇ ਗੰਗਾ ਵਿੱਚ ਜਾ ਕੇ ਪੈਣ ਤੋਂ ਬਾਅਦ ਉਹ ਪਾਣੀ ਨੂੰ ਵੀ ਲੋਕ ਪਵਿੱਤਰ ਸਮਝ ਲੈਂਦੇ ਨੇ, ਉਹ ਪਾਣੀ ਵੀ ਪਵਿੱਤਰ ਹੋ ਜਾਂਦਾ ਹੈ। ਗੰਗਾ ਵਿੱਚ ਮਿਲ ਕੇ ਉਹ ਵੀ ਗੰਗਾ ਦਾ ਰੂਪ ਹੋ ਗਿਆ। ਜਿਹੜਾ ਪਾਣੀ ਸਮੁੰਦਰ ਵਿੱਚ ਜਾ ਕੇ ਮਿਲ ਗਿਆ ਉਹ ਸਮੁੰਦਰ ਦਾ ਰੂਪ ਹੋ ਗਿਆ, ਕਿਉਂਕਿ ਹੁਣ ਉਹਦੀ ਹੋਂਦ ਵੱਖਰੀ ਨਹੀਂ ਰਹੀ ਹੈ। ਜਿਵੇਂ ਮੀਂਹ ਪੈਣ ਦੇ ਨਾਲ, ਬਰਸਾਤ ਦੇ ਪਾਣੀ ਨਾਲ ਮਿਲ ਕੇ ਗਲੀਆਂ ਦਾ, ਨਾਲਿਆਂ ਦਾ, ਟੋਭਿਆਂ ਦਾ ਪਾਣੀ ਗੰਗਾ ਵਿੱਚ ਪੈ ਜਾਂਦਾ ਹੈ ਤੇ ਲੋਕ ਉਹਨੂੰ ਵੀ ਫਿਰ ਪਵਿੱਤਰ ਸਮਝਦੇ ਨੇ, ਉਹ ਪਵਿੱਤਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਬੰਦਾ ਆਪਣੀ ਮਾੜੀ ਸੋਚ ਨੂੰ ਛੱਡ ਕੇ ਗੁਰੂ ਦੀ ਸੋਚ ਦੇ ਵਿੱਚ ਆਪਣੀ ਸੋਚ ਨੂੰ ਰਲਾ ਦਿੰਦਾ ਹੈ ਤਾਂ ਉਹਦੀ ਸੋਚ ਵੀ ਪਵਿੱਤਰ ਹੋ ਜਾਂਦੀ ਹੈ, ਉਹਦੀ ਸੋਚ ਵੀ ਬਦਲ ਜਾਂਦੀ ਹੈ। ਔਰ ਹਰ ਇਨਸਾਨ ਦੇ ਅੰਦਰ ਬਦਲਣ ਦੀ ਸੰਭਾਵਨਾ ਹਰ ਵੇਲੇ ਮੌਜੂਦ ਹੈ। ਕਦੇ ਵੀ ਕਿਸੇ ਵੀ ਸਮੇਂ ਕੋਈ ਵੀ ਇਨਸਾਨ ਆਪਣੀ ਨੈਗੇਟਿਵ ਸੋਚ ਨੂੰ ਬਦਲ ਕੇ ਪੋਜ਼ਿਟਿਵ ਹੋ ਸਕਦਾ ਹੈ, ਨਕਾਰਾਤਮਕਤਾ ਤੋਂ ਸਕਾਰਾਤਮਕਤਾ ਹਾਸਲ ਕਰ ਸਕਦਾ ਹੈ, ਮਾੜੀ ਗੰਦੀ ਸੋਚ ਨੂੰ ਚੰਗੀ ਸੋਚ ਵਿੱਚ ਬਦਲ ਸਕਦਾ ਹੈ, ਪਾਪਾਂ ਅਪਰਾਧਾਂ ਨੂੰ ਚੰਗੇ ਕੰਮਾਂ ਵਿੱਚ ਬਦਲ ਸਕਦਾ ਹੈ, ਯਾਨੀ ਚੰਗਾ ਹੋ ਸਕਦਾ ਹੈ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨਾ ਭੁਖ ਉਤਰੈ, ਹਰ ਸ਼ਾਂਤ ਤੜ ਆਵੇ। ਜਿਤ ਮਿਲਿਆ ਦਾ ਮਤਲਬ ਜਿਸ ਤੇ ਮਿਲਿਆ, ਹਰ ਸ਼ਾਂਤ ਦਾ ਮਤਲਬ ਪ੍ਰਭੂ ਦੇ ਮਿਲਾਪ ਦੀ ਠੰਡ, ਤੇ ਤੜ ਦਾ ਮਤਲਬ ਹੈ ਤੁਰੰਤ। ਤੜ ਦਾ ਮਤਲਬ ਤੁਰੰਤ, ਐਟ ਦੀ ਸਪੋਟ। ਨਿਰਵੈਰ ਸਤਿਗੁਰ ਦੇ ਵਿੱਚ ਵੀ ਇਹ ਗੁਣ ਹੈ ਕਿ ਗੁਰੂ ਨੂੰ ਮਿਲਿਆ ਮਨੁੱਖ ਦੀ ਮਾਇਆ ਦੀ ਤ੍ਰੇ, ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਔਰ ਉਸ ਦੇ ਅੰਦਰ ਪ੍ਰਭੂ ਦੇ ਮਿਲਾਪ ਦੀ ਠੰਡ ਜਿਹੜੀ ਹੈ ਤੁਰਤ ਪੈ ਜਾਂਦੀ ਹੈ, ਤੁਰੰਤ ਪੈ ਜਾਂਦੀ ਹੈ, ਨਾਲ ਦੇ ਨਾਲ। ਬਹੁਤੀ ਦੇਰ ਨਹੀਂ ਲੱਗਦੀ, ਇੱਕ ਪਲ ਹੀ ਲੱਗਦਾ। ਜਿਵੇਂ ਹਨੇਰੇ ਕਮਰੇ ਦੇ ਅੰਦਰ ਸਵਿਚ ਔਨ ਕਰੋ, ਸਵਿਚ ਔਨ ਕਰਦਿਆਂ ਨਾਲ ਦੇ ਨਾਲ ਕਮਰਾ ਜਿਹੜਾ ਹੈ ਉਹ ਚਾਨਣੇ ਦੇ ਨਾਲ ਭਰ ਜਾਂਦਾ ਹੈ। ਹਨੇਰਾ ਦੂਰ ਹੁੰਦਿਆਂ ਇੱਕ ਪਲ ਹੀ ਲੱਗਦਾ ਹੈ ਔਰ ਇੱਕ ਪਲ ਦੇ ਵਿੱਚ ਹੀ ਚਾਨਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਬੰਦਾ ਸ਼ੁਭ ਗੁਣਾਂ ਦੇ ਨਾਲ ਜੁੜਦਾ ਹੈ ਤਾਂ ਨਾਲ ਦੇ ਨਾਲ ਔਗੁਣ ਖਤਮ ਹੋ ਜਾਂਦੇ ਨੇ। ਜਿਵੇਂ ਮੈਂ ਆਪਣੀ ਬੇਨਤੀ ਕੀਤੀ ਸੀ ਨਾ ਕਿ ਮੈਂ ਝੂਠ ਬੋਲਦਾ, ਤੇ ਜੇ ਮੈਂ ਸੱਚ ਬੋਲਣਾ ਸ਼ੁਰੂ ਕਰ ਦਿਆਂ ਤੇ ਝੂਠ ਨਾਲ ਦੇ ਨਾਲ ਖਤਮ ਹੋ ਜਾਏਗਾ। ਸੱਚ ਬੋਲਦਿਆਂ ਹੀ ਝੂਠ ਖਤਮ, ਆਪਣੇ ਜੀਵਨ ਵਿੱਚ ਪ੍ਰੇਮ ਪੈਦਾ ਕਰਦਿਆਂ ਹੀ ਈਰਖਾ ਖਤਮ, ਚੰਗੇ ਕੰਮ ਸ਼ੁਰੂ ਕਰਦਿਆਂ ਹੀ ਮਾੜੇ ਕਰਮ ਖਤਮ। ਤਾਂ ਗੁਰੂ ਜੀ ਕਹਿੰਦੇ ਨੇ ਇਹ ਵਡਿਆਈ ਸਤਿਗੁਰ ਦੇ ਵਿੱਚ ਹੈ, ਮਹਾਨਤਾ ਹੈ ਗੁਰੂ ਦੀ, ਜਿਸ ਤੇ ਮਿਲਣ ਦੇ ਨਾਲ ਸਾਨੂੰ ਰੱਬੀ ਰਾਹ ਮਿਲਦਾ ਹੈ, ਪ੍ਰਭੂ ਮਿਲਾਪ ਵਾਲੀ ਠੰਡਕ ਮਿਲਦੀ ਹੈ ਔਰ ਤੁਰੰਤ ਜ਼ਿੰਦਗੀ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ ਔਰ ਜੀਵਨ ਦੇ ਅੰਦਰੋਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ, ਜੇ ਸਤਿਗੁਰ ਨੂੰ ਮੰਨੈ ਸੋ ਸਭ ਨਾ ਭਾਵੈ। ਅਚਰਜ ਦਾ ਮਤਲਬ ਹੈਰਾਨ ਕਰ ਦੇਣ ਵਾਲੀ ਗੱਲ, ਸੱਚੇ ਸ਼ਾਹ ਕਾ ਦਾ ਮਤਲਬ ਸਦਾ ਕਾਇਮ ਰਹਿਣ ਵਾਲੇ ਸ਼ਾਹ ਦਾ, ਮੰਨੈ ਦਾ ਮਤਲਬ ਜੋ ਮੰਨਦਾ ਹੈ, ਵਿਸ਼ਵਾਸ ਲਿਆਉਂਦਾ ਹੈ, ਤੇ ਭਾਵੈ ਦਾ ਮਤਲਬ ਚੰਗਾ ਲੱਗਦਾ ਹੈ। ਗੁਰੂ ਜੀ ਕਹਿੰਦੇ ਨੇ ਕਿ ਇਹ ਭਾਈ ਸਦਾ ਕਾਇਮ ਰਹਿਣ ਵਾਲੇ ਸੱਚੇ ਪ੍ਰਭੂ ਦਾ ਇਹ ਅਚਰਜ ਤਮਾਸ਼ਾ ਵੇਖੋ, ਹੈਰਾਨ ਕਰ ਦੇਣ ਵਾਲਾ ਕੌਤਕ ਵੇਖੋ ਕਿ ਜਿਹੜਾ ਵੀ ਇਨਸਾਨ ਸੱਚੇ ਪ੍ਰਭੂ ਤੇ ਆਪਣਾ ਵਿਸ਼ਵਾਸ ਬਣਾਉਂਦਾ ਹੈ, ਯਾਨੀ ਜੋ ਰੱਬ ਦੀ ਰਜ਼ਾ ਵਿੱਚ ਤੁਰਨਾ ਆਰੰਭ ਕਰਦਾ ਹੈ, ਜੋ ਰੱਬੀ ਗੁਣਾਂ ਨੂੰ ਆਪਣੇ ਮਨ ਬਚਨ ਕਰਮ ਕਰਕੇ ਅਪਣਾ ਲੈਂਦਾ ਹੈ, ਸੋ ਸਭਨਾ ਭਾਵੈ। ਉਹ ਇਨਸਾਨ ਫਿਰ ਸਾਰਿਆਂ ਨੂੰ ਹੀ ਚੰਗਾ ਲੱਗਣ ਲੱਗ ਜਾਂਦਾ ਹੈ, ਉਹ ਇਨਸਾਨ ਸਾਰਿਆਂ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ। ਉਸ ਇਨਸਾਨ ਨੂੰ ਫਿਰ ਸਾਰੇ ਹੀ ਮਾਣ, ਆਦਰ ਔਰ ਸਤਿਕਾਰ ਦਿੰਦੇ ਨੇ ਜਿਹੜਾ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ। ਸ਼ਰਨ ਆਉਣ ਦਾ ਮਤਲਬ ਸਿਰਫ ਕੱਲਾ ਮੱਥਾ ਟੇਕਣਾ ਨਹੀਂ ਹੈ, ਸ਼ਰਨ ਆਉਣ ਦਾ ਮਤਲਬ ਹੈ ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ। ਤਾਂ ਗੁਰੂ ਜੀ ਕਹਿੰਦੇ ਨੇ ਕਿ ਇਹ ਦੁਨੀਆ ਦੇ ਲੋਕੋ, ਇਹ ਮੇਰੇ ਸੱਚੇ ਸ਼ਾਹ ਦਾ ਹੈਰਾਨ ਕਰ ਦੇਣ ਵਾਲਾ ਕੌਤਕ ਹੈ ਕਿ ਜੋ ਵੀ ਰੱਬੀ ਸ਼ਰਨ ਵਿੱਚ ਆਉਂਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਗੁਰਮਤਿ ਆਸ਼ੇ ਅਨੁਸਾਰ ਜੀਵਨ ਜਿੰਦਾ ਹੈ, ਉਹ ਇਨਸਾਨ ਸਾਰਿਆਂ ਨੂੰ ਹੀ ਪਿਆਰਾ ਲੱਗਦਾ ਹੈ, ਉਹਨੂੰ ਹਰ ਥਾਂ ਤੇ ਮਾਣ, ਆਦਰ, ਸਤਿਕਾਰ ਮਿਲਦਾ ਹੈ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜਹ ਜਾਈਏ ਤਹਾਂ ਸੁਹੇਲੇ। ਇਹੋ ਜਿਹਾ ਇਨਸਾਨ ਜਿੱਥੇ ਵੀ ਦੁਨੀਆ ਵਿੱਚ ਜਾਏ ਉੱਥੇ ਹੀ ਉਹ ਸੁਖਦਾਈ ਜ਼ਿੰਦਗੀ ਜੀਂਦਾ ਹੈ, ਸੁੱਖਾਂ ਵਾਲਾ ਜੀਵਨ ਜੀਂਦਾ ਹੈ ਔਰ ਸੁੱਖਾਂ ਵਾਲਾ ਜੀਵਨ ਜੀ ਕੇ ਆਪਣੇ ਜੀਵਨ ਨੂੰ, ਆਪਣੇ ਜੀਵਨ ਦਾ ਉਹ
ਆਨੰਦ ਮਾਣਦਾ ਹੈ। ਤਾਂ ਐਸੀ ਜ਼ਿੰਦਗੀ ਹਰ ਵੇਲੇ ਹਰ ਸਮੇਂ ਕੋਈ ਵੀ ਜੀ ਸਕਦਾ ਹੈ। ਇਹ ਦਵਾਰ ਹਰ ਇਨਸਾਨ ਵਾਸਤੇ ਹਰ ਵਕਤ ਖੁੱਲੇ ਨੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਆਵੇ ਤਾਂ ਸਾਨੂੰ ਵੀ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ। ਤਾਂ ਅੱਜ ਦੀ ਵਿਚਾਰ ਜਿਹੜੀ ਹੈ ਉਹ ਮੈਂ ਇੱਥੇ ਸਮਾਪਤ ਕਰਦਾ।